हाँ जी नमस्कार ਸਾਰਿਆਂ ਨੂੰ। एक बार फिर ਤੁਹਾਡਾ स्वागत है ਸਾਡੇ YouTube ਚੈਨਲ ਮਾਸਕ ਐਜੂਕੇਸ਼ਨ ਦੇ ਵਿੱਚ। ਸੋ ਅੱਜ ਦੇ ਇਸ ਵੀਡੀਓ ਸੈਸ਼ਨ ਦੇ ਵਿੱਚ ਆਪਾਂ 8ਵੀਂ ਕਲਾਸ ਦੇ ਸਮਾਜਿਕ ਵਿਸ਼ੇ ਦੇ ਬਹੁ ਵਿਕਲਪੀ ਪ੍ਰਸ਼ਨਾਂ ਬਾਰੇ ਗੱਲ ਕਰਾਂਗੇ। ਸੋ ਇਸ ਬਹੁ ਵਿਕਲਪੀ ਪ੍ਰਸ਼ਨਾਂ ਦੀ ਆਪਾਂ 3 ਵੀਡੀਓਜ਼ ਦੀ ਇੱਕ ਸੀਰੀਜ਼ ਬਣਾਵਾਂਗੇ। ਫਰਸਟ ਵੀਡੀਓ ਦੇ ਵਿੱਚ ਆਪਾਂ ਭੂਗੋਲ ਦੇ ਜਿੰਨੇ ਲੈਸਨ ਹੈਗੇ ਆ ਉਹਨਾਂ ਸਾਰਿਆਂ ਦੇ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ। ਸੈਕਿੰਡ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਦੇ ਜਿੰਨੇ ਵੀ ਲੈਸਨ ਹੈ ਉਹਨਾਂ ਸਾਰੇ ਲੈਸਨਸ ਦੇ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ। ਅਤੇ ਲਾਸਟ ਜਿਹੜੀ ਥਰਡ ਵੀਡੀਓ ਹੋਵੇਗੀ ਉਹਦੇ ਵਿੱਚ ਆਪਾਂ ਸਿਵਿਕਸ ਨਾਗਰਿਕ ਸ਼ਾਸਤਰ ਦੇ ਜਿੰਨੇ ਵੀ ਲੈਸਨ ਹੈ ਉਹਨਾਂ ਦੇ ਬਹੁ ਵਿਕਲਪੀ ਪ੍ਰਸ਼ਨਾਂ ਨੂੰ ਰਿਵਾਈਜ਼ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਆਪਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਭੂਗੋਲ ਦੇ ਪਾਠਾਂ ਦੇ ਪ੍ਰਸ਼ਨ ਹੀ ਆਪਾਂ ਰਿਵਾਈਜ਼ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਅਤੇ ਇੱਕ ਗੱਲ ਤੁਹਾਡੇ ਵਾਸਤੇ ਵੀ ਹੈ ਕਿ ਤੁਸੀਂ ਨਾਲ ਦੀ ਨਾਲ ਜਿਹੜਾ ਸਿੰਪਲੀਫਾਈਡ ਮਟੀਰੀਅਲ ਜਿਹੜਾ ਤੁਹਾਨੂੰ ਸਕੂਲ ਵੱਲੋਂ ਪ੍ਰੋਵਾਈਡ ਹੋਇਆ ਹੈ ਉਸ ਮਟੀਰੀਅਲ ਨੂੰ ਤੁਸੀਂ ਨਾਲ ਖੋਲ੍ਹ ਕੇ ਰੱਖ ਲਓ ਤਾਂ ਜੋ ਤੁਹਾਡੀ ਰਿਵੀਜ਼ਨ ਬਹੁਤ ਵਧੀਆ ਹੋ ਜਾਏ। ਸੋ ਆਪਾਂ ਫਸਟ ਲੈਸਨ ਜਿਹੜਾ ਸਾਧਨ ਕਿਸਮਾਂ ਅਤੇ ਸਾਂਭ ਸੰਭਾਲ ਹੈ ਉਸ ਦੇ ਕੁਐਸਚਨਸ ਆਪਾਂ ਇੱਕ ਵਾਰੀ ਰਿਵਾਈਜ਼ ਕਰਦੇ ਹਾਂ, ਦੇਖਦੇ ਹਾਂ। ਫਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਕੁਦਰਤੀ ਸਾਧਨ ਹਨ। ਸਭ ਤੋਂ ਪਹਿਲਾਂ ਕੁਦਰਤੀ ਸਾਧਨ ਕਿਹੜੇ ਹੁੰਦੇ ਹੈ ਜਿਹੜੇ ਆਪਾਂ ਨੂੰ ਕੁਦਰਤ ਵੱਲੋਂ ਆਪਣੇ ਆਪ ਮਿਲਦੇ ਹੈ, ਜਿਨ੍ਹਾਂ ਨੂੰ ਆਪਾਂ ਨਹੀਂ ਬਣਾਉਂਦੇ ਜਾਂ ਆਪਾਂ ਨਹੀਂ ਉਗਾਉਂਦੇ। ਸੋ ਕਿਹੜੇ ਹੈ? ਜੰਗਲ ਵੀ ਆਪਣੇ ਆਪ ਉਗਦੇ ਹੈ, ਮਿੱਟੀ ਵੀ ਆਪਣੇ ਆਪ ਹੁੰਦੀ ਹੈ ਅਤੇ ਖਣਿਜ ਪਦਾਰਥ ਵੀ। ਸੋ ਇਸ ਕੁਐਸਚਨ ਦਾ ਆਨਸਰ ਕੀ ਹੋਵੇਗਾ? ਸੱਸਾ, ਮਤਲਬ ਉਪਰੋਕਤ ਸਾਰੇ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਪੈਟਰੋਲੀਅਮ ਪਦਾਰਥ ਕਿਸ ਪ੍ਰਕਾਰ ਦੇ ਸਾਧਨ ਹਨ। ਸੋ ਸਾਧਨ ਜਿਹੜੀ ਹੈ ਉਹਨਾਂ ਨੂੰ ਆਪਾਂ ਦੋ ਕਿਸਮਾਂ ਦੇ ਵਿੱਚ ਵੰਡਦੇ ਹਾਂ, ਇੱਕ ਮੁੱਕਣਯੋਗ ਅਤੇ ਇੱਕ ਨਾ ਮੁੱਕਣਯੋਗ। ਸੋ ਪੈਟਰੋਲੀਅਮ ਜਿਹੜਾ ਹੈਗਾ ਹੈ ਉਹ ਇੱਕ ਮੁੱਕਣਯੋਗ ਸਾਧਨ ਹੈ। ਜੇ ਆਪਾਂ ਪੈਟਰੋਲ ਦੀ ਦੁਰਵਰਤੋਂ ਕਰਾਂਗੇ ਤਾਂ ਫਿਊਚਰ ਦੇ ਵਿੱਚ ਇੰਨੇ ਜਿਹੜਾ ਹੈ ਮੁੱਕ ਜਾਣਾ ਹੈ। ਸੋ ਤਾਂ ਹੀ ਆਪਾਂ ਨੂੰ ਜਿਹੜਾ ਪੈਟਰੋਲ ਜਾਂ ਜਿਹੜਾ ਵੀ ਖਣਿਜ ਪਦਾਰਥ ਹੈਗੇ ਆ ਉਹਨਾਂ ਦੀ ਸਾਂਭ ਸੰਭਾਲ ਵਧੀਆ ਕਰਨੀ ਚਾਹੀਦੀ ਹੈ। ਠੀਕ ਹੈ ਜੀ। ਨੈਕਸਟ ਹੈ ਥਰਡ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਧਨ ਗੈਰ ਕੁਦਰਤੀ ਸਾਧਨ ਹੈ। ਸੋ ਆਪਸ਼ਨਸ ਹੈ ਆਪਣੇ ਕੋਲ ਦਰਿਆ, ਬਣਾਵਟੀ ਖਾਦ, ਸੂਰਜੀ ਸ਼ਕਤੀ ਅਤੇ ਖਣਿਜ ਪਦਾਰਥ। ਗੈਰ ਕੁਦਰਤੀ ਕਿਹੜਾ ਹੁੰਦਾ ਹੈ? ਜਿਹੜਾ ਆਪਾਂ ਨੂੰ ਕੁਦਰਤ ਵੱਲੋਂ ਨਹੀਂ ਮਿਲਿਆ। ਸੋ ਦਰਿਆ ਵੀ ਆਪਾਂ ਨੂੰ ਕੁਦਰਤ ਵੱਲੋਂ ਨੇ, ਸੂਰਜੀ ਸ਼ਕਤੀ ਵੀ ਆਪਾਂ ਨੂੰ ਸੂਰਜ ਵੱਲੋਂ ਮਿਲਦੀ ਹੈ, ਖਣਿਜ ਪਦਾਰਥ ਵੀ ਆਪਾਂ ਨੂੰ ਕੁਦਰਤੀ ਸਾਧਨ ਨੇ ਜ਼ਮੀਨ ਵਿੱਚੋਂ ਮਿਲਦੇ ਹੈ। ਸੋ ਇੱਕੋ ਜਿਹੜਾ ਹੈ ਉਹ ਹੈ ਬਣਾਵਟੀ ਖਾਦ। ਇਹ ਜਿਹੜੀ ਬਣਾਵਟੀ ਖਾਦ ਹੈ ਇਹ ਆਪਾਂ ਫੈਕਟਰੀਆਂ ਦੇ ਵਿੱਚ ਤਿਆਰ ਕਰਦੇ ਹਾਂ। ਸੋ ਇਹ ਆਪਾਂ ਨੂੰ ਜਿਹੜੀ ਹੈ ਕੁਦਰਤ ਵੱਲੋਂ ਨਹੀਂ ਮਿਲਦੀ। ਸੋ ਆਪਣਾ ਆਨਸਰ ਕੀ ਹੋਵੇਗਾ? ਬਣਾਵਟੀ ਖਾਦ। ਠੀਕ ਹੈ ਜੀ। ਨੈਕਸਟ ਹੈ ਹਵਾ ਕਿਸ ਪ੍ਰਕਾਰ ਦਾ ਸਾਧਨ ਹੈ। ਕੁਐਸਚਨ ਨੰਬਰ 4 ਹੈ। ਸੋ ਹਵਾ ਕੀ ਹੈ? ਇਸ ਕੁਐਸਚਨ ਦਾ ਆਨਸਰ ਹੈ ਨਾ ਮੁੱਕਣਯੋਗ। ਹਵਾ ਕਦੇ ਮੁੱਕਦੀ ਨਹੀਂ, ਇਹ ਹਮੇਸ਼ਾ ਆਪਾਂ ਨੂੰ ਕੁਦਰਤ ਵੱਲੋਂ ਮਿਲਦੀ ਰਹਿੰਦੀ ਹੈ। ਸੋ ਹਵਾ ਇੱਕ ਨਾ ਮੁੱਕਣਯੋਗ ਸਾਧਨ ਹੈ। ਠੀਕ ਹੈ ਜੀ। ਨੈਕਸਟ ਹੈ ਧਰਤੀ ਦਾ ਕਿੰਨੇ ਪ੍ਰਤੀਸ਼ਤ ਭਾਗ ਪਾਣੀ ਹੈ। ਇਹ ਤੁਸੀਂ ਵੈਸੇ ਇਸ ਦਾ ਕਿਤਾਬ ਦੇ ਵਿੱਚ ਮੈਪ ਵੀ ਬਣਿਆ ਹੁੰਦਾ ਹੈ ਥਲ ਅਤੇ ਜਲ ਮੰਡਲ ਵਾਲਾ। ਉਹਦੇ ਵਿੱਚ ਵੀ ਆਪਾਂ ਨੂੰ ਬੜਾ ਕਲੀਅਰ ਹੁੰਦਾ ਹੈ ਕਿ 71% ਧਰਤੀ ਦੇ ਉੱਤੇ ਪਾਣੀ ਹੈ ਅਤੇ 29% ਜਿਹੜੀ ਹੈ ਉਹ ਥਲ ਹੈ, ਜ਼ਮੀਨ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ 6ਵਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਧਾਤੂ ਖਣਿਜ ਪਦਾਰਥ ਹੈ। ਇੱਥੇ ਧਿਆਨ ਰੱਖਣਾ ਹੈ ਉਹਨਾਂ ਨੇ ਕਿਹਾ ਧਾਤੂ ਖਣਿਜ ਪਦਾਰਥ। ਧਾਤੂ ਖਣਿਜ ਪਦਾਰਥ ਇਹਨਾਂ ਵਿੱਚੋਂ ਕਿਹੜਾ ਹੈ? ਸੋਨਾ। ਸੋਨਾ ਜਿਹੜਾ ਹੈ ਉਹ ਇੱਕ ਧਾਤੂ ਖਣਿਜ ਪਦਾਰਥ ਹੈ। ਬਾਕੀ ਸਾਰੇ ਜਿਹੜੇ ਵੀ ਨੇ ਅਬਰਕ ਹੈ, ਚਾਹੇ ਕੋਲਾ ਹੈ, ਚਾਹੇ ਮੈਗਨੀਜ਼ ਹੈ, ਇਹ ਸਾਰੇ ਕੀ ਹੈਗੇ ਹੈ? ਅਧਾਤੂ ਖਣਿਜ ਪਦਾਰਥ ਹੈਗੇ, ਧਾਤੂ ਨਹੀਂ ਹੈਗੇ। ਠੀਕ ਹੈ ਜੀ। ਸੋ ਇਹ 6ਵੇਂ ਕੁਐਸਚਨ ਦਾ ਆਨਸਰ ਕੀ ਹੈ? ਊੜਾ ਸੋਨਾ। ਨੈਕਸਟ ਹੈ ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਸਮੁੰਦਰਾਂ ਤੋਂ ਉਤਪੰਨ ਹੁੰਦੇ ਹਨ। ਸਮੁੰਦਰ ਤੋਂ ਕਿੰਨੇ % ਜੀਵ ਉਤਪੰਨ ਹੁੰਦੇ ਹੈ? ਤਾਂ ਇਸ ਕੁਐਸਚਨ ਦਾ ਆਨਸਰ ਹੈ 75%। 75% ਜਿਹੜੇ ਜੀਵ ਹੈਗੇ ਹੈ ਉਹ ਕਿੱਥੋਂ ਉਤਪੰਨ ਹੋਏ ਹੈ? ਸਮੁੰਦਰਾਂ ਤੋਂ। ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਆਪਾਂ ਪਾਠ ਦੂਜਾ ਕੁਦਰਤੀ ਸਾਧਨ ਦੇ ਕੁਐਸਚਨ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 8 ਹੈ ਭੂਮੀ ਨੂੰ ਮੁੱਖ ਤੌਰ 'ਤੇ ਕਿੰਨੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਜ਼ਮੀਨ ਨੂੰ ਆਪਾਂ ਕਿੰਨੇ ਧਰਾਤਲੀ ਭਾਗਾਂ ਵਿੱਚ ਵੰਡ ਸਕਦੇ ਹਾਂ? ਤਾਂ ਇਸ ਕੁਐਸਚਨ ਦਾ ਆਨਸਰ ਹੈ ਈਡੀ 3। ਉਹ 3 ਧਰਾਤਲੀ ਭਾਗ ਕਿਹੜੇ ਹੈ? ਪਰਬਤ, ਪਠਾਰ ਤੇ ਮੈਦਾਨ। ਠੀਕ ਹੈ ਜੀ। ਪਰਬਤ, ਪਠਾਰ ਤੇ ਮੈਦਾਨ ਜਿਹੜੀ ਹੈ
3 ਧਰਾਤਲੀ ਭਾਗ ਹੈ ਜਿਨ੍ਹਾਂ ਦੇ ਵਿੱਚ ਆਪਾਂ ਭੂਮੀ ਨੂੰ ਵੰਡ ਸਕਦੇ ਹਾਂ। ਠੀਕ ਹੈ ਜੀ। ਨੈਕਸਟ ਪ੍ਰਸ਼ਨ ਨੰਬਰ 9 ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਮਿੱਟੀ ਦੀ ਰਚਨਾ ਵਿੱਚ ਭੂਮਿਕਾ ਨਿਭਾਉਂਦੇ ਹਨ। ਮਿੱਟੀ ਜਦੋਂ ਬਣਦੀ ਹੈ ਤਾਂ ਕਿਹੜੇ ਕਿਹੜੇ ਤੱਤ ਉਹਦੇ ਵਾਸਤੇ ਜ਼ਿੰਮੇਵਾਰ ਹੁੰਦੇ ਹੈ। ਤਾਂ ਇਸ क्वेश्चन का आंसर जोड़ा है क्वेश्चन नंबर 9 का वो है सस्सा। उपरोक्त सारे मतलब चट्टाना भी, जीव जंतु भी ते पौधे, ये सारे ही जोड़े तत्त हैगे ये मिट्टी की रचना के आपकी भूमिका निभाते हैं। ठीक है जी। नैक्सट है, भारत के किन्ने किस्म की मिट्टी पाई जाती है। तो भारत के किन्ने किस्म की मिट्टी पाई जाती है? 6। तुहाडी बुक के 6 किस्म की मिट्टी का जिक्र है। सो इसका आंसर होगा ईडी। वैसे मैं तुहानूं बोल के जिहड़ियां मिट्टियां अपनी पाईयां जांदियां वैसे बोल के भी दस देना। सब तो पहला बहुत वड्डे लैवल ते जलोड़ मिट्टी जिहड़ी हैगी वो पाई जाती है, ये सब तो उपजाऊ किस्म की मिट्टी हुंदी है। नैक्सट काली मिट्टी, फिर लाल मिट्टी, फिर लैटराइट मिट्टी, फिर पर्वती मिट्टी ते लास्ट दे विच जिहड़ी मारूथली मिट्टी जिहड़ी राजस्थान दे विच पाई जाती है। ठीक है जी। सो ये 6 किस्म दा मिट्टियां जिहड़ियां हैगियां भारत दे विच पाईयां जांदियां। नैक्सट है, कपाह की फसल लई किस किस्म की मिट्टी सब तो वधिया मन्नी जाती है। बड़ा ही इंपॉर्टेंट क्वेश्चन है। सो कपाह की जिहड़ी फसल है वो काली मिट्टी दे विच सब तो वधिया हुंदी है। कपाह की फसल वास्ते काली मिट्टी जिहड़ी है सब तो उपजाऊ हुंदी है। तो आंसर की होवेगा, इसनूं तुसीं याद किवें कर सकदे हो, कक्का तो ही कपाह शुरू हुंदा है, कक्का तो ही काली मिट्टी शुरू हुंदी है। तो इस दे नाल तुसीं इन्हां दी एसोसीएशन बना सकदे हो, एक जोड़ा बना सकदे हो इन्हां दा, ते इहनूं याद कर सकदे हो। ठीक है जी। नैक्सट है 12 नंबर क्वेश्चन है, किस किस्म की मिट्टी का खेतीबाड़ी नूं प्रफुल्लित करन विच बहुत वड्डा योगदान है। मतलब कि किहड़ी मिट्टी जिहड़ी हैगी है वो बहुत ज़्यादा उपजाऊ हुंदी है फसलों वास्ते। तो आपां सारिआं नूं पता है कि जिहड़ी मिट्टी मैदानी खेतर विच पाई जाती है किहड़ी, जलोड़ मिट्टी। आंसर होवेगा एड़ा। जलोड़ मिट्टी जिहड़ी हैगी है वो मैदानी इलाके दे विच पाई जाती है, तो इस मिट्टी जिहड़ी हैगी बहुत उपजाऊ भी हुंदी है, तो हर एक तरह की फसल इहदे विच हो सकती है। नैक्सट प्रश्न नंबर 13 है, भारत विच किन्ने प्रकार के जंगल पाए जाते हैं। तो इसका आंसर है भारत दे विच 5 प्रकार के जंगल पाए जाते हैं। वो जंगल किहड़े किहड़े हैं मैं तुहानूं नेम्स नोट करवा देना। सब तो पहला है सदाबहार जंगल, उस तो बाद पतझड़ी जंगल, फिर मारूथली जंगल, फिर पर्वती जंगल, तो लास्ट दे विच डेल्टाई जंगल। जिहड़े नदियां दे डेल्टा खेतरां विच पाए जाते हैं वो हुंदे डेल्टाई जंगल। ठीक है जी। नैक्सट प्रश्न नंबर 14 है, हुण तक भारत विच किन्ने कौमी पार्क बनाए गए हैं। हुण तक भारत दे विच किन्ने कौमी पार्क किहड़े हुंदे है जिथे जिहड़ियां जातियां जंगली जीवां दियां या जंगली जीव जंतुआं दियां खत्म हो रही हैं उन्हां नूं इन्हां कौमी पार्कां दे विच पनाह दित्ती जांदी है, उन्हां दी रखिया कीती जांदी है। तां हुण तक जिहड़े हैगे है 104 कौमी पार्क पूरे देश दे विच जंगली जीवां की सुरक्षा, जंगली जंतुओं की सुरक्षा लिए बनाए गए है। ठीक है जी। 104। नैक्सट पार्ट चौथा साडी खेतीबाड़ी दे आपां क्वेश्चनस की दुहराई करते हैं। प्रश्न नंबर 15 है, हेठ लिखियां विचों किहड़े तत्त खेतीबाड़ी नूं प्रभावित करते हैं। खेतीबाड़ी जो आपां सारे ही खेती तो बड़ी चंगी तरह जाणू हाँ, क्योंकि आपां सारे ही जिहड़े है जिमीदार परिवार तो हैगे आ, तो आपां नूं पता हुंदा है कि खेतीबाड़ी के लिए की कुछ चाहिए है। सो ऑप्शनस है जलवायु, मिट्टी की किस्म ते सिंचाई सहूलतां। सो जलवायु भी वधिया होनी चाहिए है खेतीबाड़ी वास्ते, मिट्टी की किस्म भी मायने रखती है। जे जलोड़ मिट्टी वाला इलाका है तो उत्थे फसलां ओबीअसली बहुत वधिया होंदियां, झाड़ बहुत वधिया मिलता है। सिंचाई सहूलतां भी जे प्रॉपर होण तां ही जिहड़ी खेती है उत्थे संभव हुंदी है। सो इस क्वेश्चन का आंसर की होवेगा सस्सा, मतलब उपरोक्त सारे। ठीक है जी। आई होप कि तुहानूं सारे क्वेश्चनस बड़े ही डीपली समझ आ रहे होणगे। नैक्सट है प्रश्न नंबर 16, जिन्हां इलाकिਆਂ ਵਿੱਚ ਵਰਖਾ 50 ਸੈਂਟੀਮੀਟਰ ਸਾਲਾਨਾ ਤੋਂ ਘੱਟ ਹੁੰਦੀ ਹੈ ਉੱਥੇ ਕਿਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ। ਸੋ 50 ਸੈਂਟੀਮੀਟਰ ਤੋਂ ਸਾਲਾਨਾ ਤੋਂ ਵੀ ਘੱਟ ਵਰਖਾ ਜਿਹੜੀ ਹੈਗੀ ਹੈ, ਬਹੁਤ ਘੱਟ ਵਰਖਾ ਹੁੰਦੀ ਹੈ, ਤਾਂ ਇਹਨਾਂ ਇਲਾਕਿਆਂ ਦੇ ਵਿੱਚ ਕਿਹੜੀ ਖੇਤੀ ਕੀਤੀ ਜਾਂਦੀ ਹੈ? ਖੁਸ਼ਕ ਖੇਤੀ। क्यों खुश्क खेती क्यों की जाती है? क्योंकि उत्थे जे 50 सेंटीमीटर तो भी घट सालाना वर्खा होगी तो ओबीअसली उत्थे पानी की जिहड़ी घाट होगी। ठीक है जी। नैक्सट है 17 नंबर क्वेश्चन है, हेठ लिखियां विचों किहड़ी अनाज फसल नहीं है। ये फसलां दित्तियां थल्ले, इन्हां दे विचों अनाज फसल किहड़ी नहीं है? कणक जिहड़ी है वो एक अनाज फसल है,
ਚਾਵਲ ਜਿਹੜਾ ਹੈ ਉਹ ਵੀ ਇੱਕ ਕੀ ਹੈ, ਅਨਾਜ ਫਸਲ ਹੈ, ਤੇ ਮੱਕੀ ਜਿਹੜੀ ਹੈ ਉਹ ਵੀ ਕੀ ਹੈ, ਇੱਕ ਅਨਾਜ ਫਸਲ ਹੈ। ਸੋ ਅਨਾਜ ਫਸਲ ਕਿਹੜੀ ਨਹੀਂ ਹੈ, ਕੌਫੀ। ਕੌਫੀ ਇੱਕ ਅਨਾਜ ਫਸਲ ਨਹੀਂ ਹੈ, ਠੀਕ ਹੈ ਜੀ। ਸੋ ਇਸ ਦਾ ਆਨਸਰ ਕੀ ਹੋਵੇਗਾ, ਈਡੀ ਕੌਫੀ। ਭਾਰਤ ਚਾਵਲ ਦੀ ਪੈਦਾਵਾਰ ਵਿੱਚ ਸੰਸਾਰ ਭਰ ਵਿੱਚ ਕਿੰਨੇ ਨੰਬਰ 'ਤੇ ਆਉਂਦਾ ਹੈ? ਚਾਵਲ ਦੀ ਪੈਦਾਵਾਰ ਵਿੱਚ ਭਾਰਤ ਸੰਸਾਰ ਭਰ ਦੇ ਵਿੱਚ ਕਿੰਨੇ ਨੰਬਰ 'ਤੇ ਆਉਂਦਾ ਹੈ? ਦੂਜੇ ਨੰਬਰ 'ਤੇ। ਪਹਿਲੇ ਨੰਬਰ 'ਤੇ ਕੌਣ ਹੈ? ਪਹਿਲੇ ਨੰਬਰ 'ਤੇ ਹੈ ਚੀਨ। ਤੁਸੀਂ ਚੀਨ ਨੂੰ ਪਹਿਲੇ ਨੰਬਰ 'ਤੇ ਕਿਵੇਂ ਯਾਦ ਰੱਖ ਸਕਦੇ ਹੋ ਕਿ ਚੈ ਤੋਂ ਹੀ ਚਾਵਲ ਬਣਦਾ ਹੈ, ਚੱਚੇ ਤੋਂ ਹੀ, ਅਤੇ ਚੱਚੇ ਤੋਂ ਹੀ ਕੀ ਬਣਦਾ ਹੈ, ਚੀਨ। ਸੋ ਪਹਿਲੇ ਨੰਬਰ 'ਤੇ ਚੀਨ ਹੈ ਅਤੇ ਦੂਜੇ ਨੰਬਰ 'ਤੇ ਜਿਹੜਾ ਹੈ ਉਹ ਹੈ ਭਾਰਤ, ਠੀਕ ਹੈ ਜੀ। 19ਵਾਂ ਕੁਐਸਚਨ ਹੈ, ਮੱਕੀ ਦੇ ਪੌਦੇ ਦੀ ਉਤਪੱਤੀ ਕਿਸ ਦੇਸ਼ ਵਿੱਚ ਹੋਈ? ਮੱਕੀ ਦਾ ਪੌਦੇ ਦੀ ਉਤਪੱਤੀ ਕਿਹੜੇ ਦੇਸ਼ ਵਿੱਚੋਂ ਹੋਈ ਸੀ? ਇਹਦਾ ਆਨਸਰ ਹੈ ਸੱਸਾ, ਸੰਯੁਕਤ ਰਾਜ ਅਮਰੀਕਾ, ਮਤਲਬ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਬੋਲਦੇ ਹਾਂ, USA ਦੇ ਵਿੱਚ ਮੱਕੀ ਦਾ ਪੌਦਾ ਸਭ ਤੋਂ ਪਹਿਲਾਂ ਉਗਾਇਆ ਗਿਆ ਸੀ, ਠੀਕ ਹੈ ਜੀ। ਨੈਕਸਟ 20ਵਾਂ ਕੁਐਸਚਨ ਹੈ, ਭਾਰਤ ਵਿੱਚ ਸਭ ਤੋਂ ਵੱਧ ਚਾਹ ਕਿਸ ਰਾਜ ਵਿੱਚ ਪੈਦਾ ਕੀਤੀ ਜਾਂਦੀ ਹੈ? ਸਭ ਤੋਂ ਵੱਧ ਚਾਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਆਪਾਂ 8ਵੀਂ ਦੇ ਮੈਪ ਦੇ ਵਿੱਚ ਚਾਹ ਪੈਦਾ ਕਰਨ ਵਾਲੇ ਖੇਤਰ ਵੀ ਭਰੇ ਸੀਗੇ। ਸੋ ਸਭ ਤੋਂ ਜ਼ਿਆਦਾ ਚਾਹ ਜਿਹੜੀ ਹੈਗੀ ਹੈ ਉਹ ਭਾਰਤ ਦੇ ਵਿੱਚ ਜਿਹੜਾ ਅਸਮ ਰਾਜ ਹੈਗਾ, ਅਸਾਮ ਜਿਹਨੂੰ ਆਪਾਂ ਬੋਲਦੇ ਹਾਂ, ਉੱਥੇ ਜਿਹੜੀ ਹੈਗੀ ਹੈ ਭਾਰਤ ਦੀ ਸਭ ਤੋਂ ਜ਼ਿਆਦਾ ਚਾਹ ਜਿਹੜੀ ਹੈ ਉੱਥੇ ਪੈਦਾ ਕੀਤੀ ਜਾਂਦੀ ਹੈ, ਠੀਕ ਹੈ ਜੀ। ਨੈਕਸਟ 21ਵਾਂ ਕੁਐਸਚਨ ਹੈ, ਕੇਂਦਰੀ ਅਨਾਜ ਭੰਡਾਰ ਵਿੱਚ ਕਿਹੜਾ ਰਾਜ ਸਭ ਤੋਂ ਵੱਧ ਕਣਕ ਦਾ ਹਿੱਸਾ ਪਾ ਰਿਹਾ ਹੈ? ਕੇਂਦਰੀ ਅਨਾਜ ਭੰਡਾਰ ਦੇ ਵਿੱਚ ਸਭ ਤੋਂ ਵੱਧ ਕਣਕ ਕਿਹੜੇ ਰਾਜ ਦੇ ਵਿੱਚੋਂ ਜਾ ਰਹੀ ਹੈ ਸੈਂਟਰ ਨੂੰ? ਤਾਂ ਉਹ ਰਾਜ ਕਿਹੜਾ ਹੈਗਾ, ਆਪਣਾ ਪੰਜਾਬ, ਠੀਕ ਹੈ ਜੀ। ਸੋ ਨੈਕਸਟ ਪਾਰਟ 5ਵਾਂ ਆਫਤ ਪ੍ਰਬੰਧਨ ਦੇ ਕੁਐਸਚਨਸ ਆਪਾਂ ਕਰਦੇ ਹਾਂ। 22ਵਾਂ ਕੁਐਸਚਨ ਹੈ, ਭੂਚਾਲ ਨੂੰ ਮਾਪਣ ਦਾ ਖੁੱਲ੍ਹਾ ਪੈਮਾਨਾ ਕਿਹੜਾ ਹੈ? ਸੋ ਇਸ ਕੁਐਸਚਨ ਦਾ ਆਨਸਰ ਕੀ ਹੈ, ਊੜਾ, ਰਿਐਕਟਰ ਪੈਮਾਨਾ। ਦੇਖੋ ਭੂਚਾਲ ਨੂੰ ਮਾਪਣ ਦੇ ਦੋ ਪੈਮਾਨੇ ਹੁੰਦੇ ਹੈ, ਇੱਕ ਹੁੰਦਾ ਹੈ ਰਿਐਕਟਰ ਪੈਮਾਨਾ, ਇੱਕ ਹੁੰਦਾ ਹੈ ਮਰਕਾਲੀ ਪੈਮਾਨਾ। ਜਿਹੜਾ ਰਿਐਕਟਰ ਪੈਮਾਨਾ ਹੈ ਉਹ ਭੂਚਾਲ ਨੂੰ ਮਾਪਣ ਦਾ ਖੁੱਲ੍ਹਾ ਪੈਮਾਨਾ ਹੈ, ਠੀਕ ਹੈ ਜੀ। ਨੈਕਸਟ ਹੈ 23ਵਾਂ ਕੁਐਸਚਨ ਹੈ, ਭਾਰਤ ਵਿੱਚ ਚੱਕਰਵਾਤਾਂ ਨੂੰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? ਸੋ ਭਾਰਤ ਦੇ ਵਿੱਚ ਜਿਹੜੇ ਚੱਕਰਵਾਤ ਆਉਂਦੇ ਹੈ ਉਹਨਾਂ ਨੂੰ ਈਡੀ ਤੂਫਾਨ, ਉਹਨਾਂ ਨੂੰ ਤੂਫਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਝੱਖੜ ਵੀ ਕਹਿ ਦਿੰਦੇ ਹਾਂ, ਤੂਫਾਨ ਵੀ ਕਹਿੰਦੇ ਹਾਂ, ਝੱਖੜ ਵੀ ਕਹਿ ਦਿੰਦੇ ਹਾਂ, ਅਤੇ ਲੋਕਲ ਭਾਸ਼ਾ ਦੇ ਵਿੱਚ ਆਪਾਂ ਇਹਨਾਂ ਨੂੰ ਵਾਵਰੋਲਾ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਸੋ ਜਿਹੜਾ ਹਰੀਕੇਨ ਹੈ, ਹਰੀਕੇਨ ਤੂਫਾਨ, ਇਹ ਵੀ ਇੱਕ ਤੂਫਾਨ ਹੁੰਦਾ ਹੈ, ਪਰ ਇਹ ਹਰੀਕੇਨ ਇਹਨੂੰ ਕਿੱਥੇ ਬੋਲਦੇ ਹੈ, USA ਦੇ ਵਿੱਚ। USA ਦੇ ਵਿੱਚ ਇਹਨੂੰ ਹਰੀਕੇਨ ਬੋਲਦੇ ਹੈ। ਟਾਈਫੂਨ ਲਿਖਿਆ ਹੋਇਆ ਹੈ, ਇਹ ਵੀ ਇੱਕ ਤੂਫਾਨ ਹੁੰਦਾ ਹੈ। ਇਹ ਕਿੱਥੇ ਬੋਲਦੇ ਹੈ, ਸਾਊਥ ਈਸਟ ਏਸ਼ੀਆ ਦੇ ਵਿੱਚ। ਸਾਊਥ ਈਸਟ ਏਸ਼ੀਆ ਦੇ ਵਿੱਚ ਜਿਹੜਾ ਹੈਗਾ ਤੂਫਾਨਾਂ ਨੂੰ ਟਾਈਫੂਨ ਬੋਲਦੇ ਹੈ, ਠੀਕ ਹੈ ਜੀ। ਸੋ ਨੈਕਸਟ 24ਵਾਂ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ? ਕੁਦਰਤੀ ਆਫਤਾਂ ਕਿਹੜੀਆਂ ਹੁੰਦੀਆਂ ਹੈ ਜਿਹੜੀਆਂ ਕੁਦਰਤ ਵੱਲੋਂ ਆਉਂਦੀਆਂ ਅਤੇ ਮਨੁੱਖ ਦਾ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਕਰਦੀਆਂ? ਸੋ ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ? ਸੁਨਾਮੀ ਵੀ ਕੁਦਰਤ ਵੱਲੋਂ ਆਉਂਦੀ ਹੈ, ਇਹ ਵੀ ਇੱਕ ਕੁਦਰਤੀ ਆਫਤ ਹੈ। ਭੂਚਾਲ ਵੀ ਜਿਹੜਾ ਹੈ, ਹੜ੍ਹ ਜਿਹੜੇ ਦਰਿਆਵਾਂ ਦੇ ਕੰਢਿਆਂ 'ਤੇ ਆਉਂਦੇ ਹੈ, ਉਹ ਵੀ ਇੱਕ ਕੁਦਰਤੀ ਆਫਤ ਹੁੰਦੀ ਹੈ। ਸਿਰਫ ਜਿਹੜੇ ਬੰਬ ਧਮਾਕੇ ਹੈਗੇ ਹੈ, ਇਹ ਕੁਦਰਤੀ ਆਫਤ ਨਹੀਂ ਹੈਗੀ ਹੈ, ਇਹ ਮਨੁੱਖੀ ਆਫਤ ਹੈ ਇੱਕ, ਕਿ ਮਨੁੱਖ ਜਿਹੜਾ ਹੈਗਾ ਆਪਦੇ ਜਿਹੜਾ ਹੈ ਸਵਾਰਥ ਦੇ ਲਈ ਬੰਬ ਧਮਾਕੇ ਕਰਦਾ ਹੈ। ਸੋ ਇਹ ਇੱਕ ਕੀ ਹੈ, ਮਨੁੱਖੀ ਆਫਤ ਹੈ, ਬਾਕੀ ਸਾਰੀਆਂ ਕੀ ਨੇ, ਕੁਦਰਤੀ ਆਫਤਾਂ। ਸੋ ਇਸ ਕੁਐਸਚਨ ਦਾ ਆਨਸਰ ਕੀ ਹੋਵੇਗਾ, ਈਡੀ ਬੰਬ ਧਮਾਕੇ। 25ਵਾਂ ਪ੍ਰਸ਼ਨ ਹੈ, ਜਵਾਲਾਮੁਖੀ ਮੁੱਖ ਤੌਰ 'ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਸੋ ਇਹ ਤੁਹਾਡੇ ਜਿਹੜਾ ਲੈਸਨ ਹੈ ਉਹਦੇ ਵਿੱਚ ਵੀ ਜਵਾਲਾਮੁਖੀ ਦੀਆਂ ਤਿੰਨੋਂ ਕਿਸਮਾਂ ਇੱਥੇ ਲਿਖੀਆਂ ਹੋਈਆਂ। ਸੋ ਮੁੱਖ ਤੌਰ 'ਤੇ ਜਿਹੜੇ ਜਵਾਲਾਮੁਖੀ ਹੈ ਉਹ ਜਿਹੜੇ ਹੈ 3 ਤਰ੍ਹਾਂ ਦੇ ਹੁੰਦੇ ਹੈ। ਮੈਂ ਤੁਹਾਨੂੰ ਨੇਮਸ ਵੀ ਦੱਸ ਦਿੰਦਾ ਕਿਹੜੇ ਕਿਹੜੇ ਹੁੰਦੇ ਆ। ਸਭ ਤੋਂ ਪਹਿਲਾਂ ਹੁੰਦੇ ਆ ਕਿਰਿਆਸ਼ੀਲ ਜਵਾਲਾਮੁਖੀ, ਜਿਨ੍ਹਾਂ ਦੇ ਵਿੱਚ ਲਾਵਾ ਜਿਹੜਾ ਹੈਗਾ ਟਾਈਮ ਟੂ ਟਾਈਮ ਬਾਹਰ ਨਿਕਲਦਾ ਰਹਿੰਦਾ ਹੈ, ਉਹਨਾਂ ਨੂੰ ਬੋਲਦੇ ਹਾਂ ਕਿਰਿਆਸ਼ੀਲ ਜਵਾਲਾਮੁਖੀ। 2 ਨੰਬਰ 'ਤੇ ਹੁੰਦੇ ਆ ਸੁੱਤੇ ਹੋਏ ਜਵਾਲਾਮੁਖੀ, ਉਹ ਜਵਾਲਾਮੁਖੀ ਜਿਨ੍ਹਾਂ ਦੇ ਵਿੱਚ ਲੱਖਾਂ ਤਾਂ ਨਹੀਂ ਕਹਿ ਸਕਦੇ ਆਪਾਂ, 500-600 ਸਾਲ ਕਹਿ ਲਓ, ਉਨੇ ਸਾਲ ਪਹਿਲਾਂ ਕਦੇ ਲਾਵਾ ਬਾਹਰ ਨਿਕਲਿਆ ਸੀ, ਪਰ ਹੁਣ ਜਿਹੜਾ ਹੈਗਾ ਉਹ ਸੁੱਤੇ ਹੋਏ ਜਵਾਲਾਮੁਖੀ ਹੈਗੇ ਹੈ। ਅਤੇ ਇੱਕ ਹੁੰਦਾ ਹੈ ਲਾਸਟ ਦੇ ਵਿੱਚ ਬੁਝੇ ਹੋਏ ਜਵਾਲਾਮੁਖੀ, ਜਿਨ੍ਹਾਂ ਤੋਂ ਕਈ ਸਦੀਆਂ ਤੋਂ ਹੀ ਜਿਹੜਾ ਹੈ ਉਹਨਾਂ ਦੇ ਵਿੱਚ ਕੋਈ ਲਾਵਾ ਨਹੀਂ ਆਉਂਦਾ। ਇਹ ਜਿਹੜੇ ਬੁਝੇ ਹੋਏ ਜਵਾਲਾਮੁਖੀ ਹੁੰਦੇ ਹੈ, ਇਹਨਾਂ ਦੇ ਕੰਢਿਆਂ ਦੇ ਉੱਤੇ ਜਿਹੜਾ ਹੈਗਾ ਝੀਲਾਂ ਦਾ ਨਿਰਮਾਣ ਹੋ ਜਾਂਦਾ ਹੈ। ਸੋ ਜਵਾਲਾਮੁਖੀ ਮੇਨਲੀ 3 ਤਰ੍ਹਾਂ ਦੇ ਹੁੰਦੇ ਹੈ, ਠੀਕ ਹੈ ਜੀ।
ਪ੍ਰਸ਼ਨ ਨੰਬਰ 26 ਹੈ 1943 ਵਿੱਚ ਕਿਸ ਦੇਸ਼ ਵਿੱਚ ਜਵਾਲਾਮੁਖੀ ਫਟਣ ਦੇ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਸੋ ਇਸ ਕੁਐਸਚਨ ਦਾ ਆਨਸਰ ਕੀ ਹੈ, ਮੈਕਸੀਕੋ। ਮੈਕਸੀਕੋ ਦੇ ਵਿੱਚ 1943 ਈਸਵੀ ਦੇ ਵਿੱਚ ਜਵਾਲਾਮੁਖੀ ਫਟ ਗਿਆ ਸੀਗਾ ਅਤੇ ਉਸ ਦੇ ਨਾਲ ਬਹੁਤ ਸਾਰਾ ਜਿਹੜਾ ਹੈ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਨੈਕਸਟ ਪ੍ਰਸ਼ਨ ਨੰਬਰ 27 ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਸੋਕਾਗ੍ਰਸਤ ਇਲਾਕੇ ਵਿੱਚ ਬੀਜਣੀ ਚਾਹੀਦੀ ਹੈ। ਸੋਕਾਗ੍ਰਸਤ ਇਲਾਕਾ ਕਿਹੜਾ ਹੁੰਦਾ ਜਿੱਥੇ ਪਾਣੀ ਦੀ ਘਾਟ ਹੁੰਦੀ ਹੈ, ਬਿਲਕੁਲ ਹੀ ਜਿੱਥੇ ਬਾਰਿਸ਼ ਵਗੈਰਾ ਬਿਲਕੁਲ ਵੀ ਨਹੀਂ ਹੁੰਦੀ, ਉੱਥੇ ਸੋਕਾ ਆ ਜਾਂਦਾ ਹੈ। ਤਾਂ ਉਹਨਾਂ ਇਲਾਕਿਆਂ ਦੇ ਵਿੱਚ ਕਿਹੜੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ। ਤਾਂ ਇਸ ਦਾ ਆਨਸਰ ਕੀ ਹੈ, ਉਪਰੋਕਤ ਸਾਰੀਆਂ। ਮਤਲਬ ਉੱਥੇ ਮੱਕੀ ਵੀ ਬੀਜ ਸਕਦੇ ਹਾਂ, ਦਾਲਾਂ ਵੀ ਅਤੇ ਬਾਜਰਾ ਵੀ। ਕਿਉਂਕਿ ਇਹ ਫਸਲਾਂ ਬਹੁਤ ਹੀ ਘੱਟ ਪਾਣੀ ਦੇ ਨਾਲ ਹੀ ਜਿਹੜਾ ਹੈਗਾ ਵਧੀਆ ਆਪਾਂ ਨੂੰ ਝਾੜ ਦੇ ਦਿੰਦੀਆਂ, ਤਾਂ ਕਰਕੇ ਸੋਕਾਗ੍ਰਸਤ ਇਲਾਕਿਆਂ ਦੇ ਵਿੱਚ ਇਹ ਸਾਰੀਆਂ ਫਸਲਾਂ ਮੱਕੀ, ਬਾਜਰਾ, ਦਾਲਾਂ ਬੀਜਣੀਆਂ ਚਾਹੀਦੀਆਂ। ਲਾਸਟ ਕੁਐਸਚਨ ਹੈ ਆਪਣਾ, ਜਦੋਂ ਇੱਕ ਬਿਮਾਰੀ ਬਹੁਤ ਵੱਡੇ ਪੱਧਰ 'ਤੇ ਫੈਲ ਕੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ। ਜਿਹੜੀ ਇਹ ਬਿਮਾਰੀ ਬਹੁਤ ਵੱਡੇ ਲੈਵਲ 'ਤੇ ਫੈਲ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾਂਦੀਆਂ, ਤਾਂ ਉਹ ਜੀ ਬਿਮਾਰੀ ਨੂੰ ਆਪਾਂ ਕੀ ਬੋਲਦੇ ਹਾਂ, ਮਹਾਮਾਰੀ। ਸੋ ਐਟ ਪ੍ਰੈਜੈਂਟ ਜਿਹੜਾ ਆਪਾਂ ਕਰੋਨਾ ਵਾਇਰਸ ਦਾ ਨਾਂ ਸੁਣ ਰਹੇ ਹਾਂ, ਕਰੋਨਾ ਵਾਇਰਸ ਵੀ ਕੀ ਹੈ, ਇੱਕ ਮਹਾਮਾਰੀ ਹੈ, ਕਿਉਂਕਿ ਇਸ ਨੇ ਵੱਡੇ ਲੈਵਲ 'ਤੇ ਬਹੁਤ ਸਾਰੇ ਲਗਭਗ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਦੇ ਵਿੱਚ ਇੰਨੇ ਲੋਕਾਂ ਨੂੰ ਆਪਦਾ ਸ਼ਿਕਾਰ ਬਣਾਇਆ। ਸੋ ਕਰੋਨਾ ਕੀ ਹੈ, ਇੱਕ ਮਹਾਮਾਰੀ ਹੈ। ਠੀਕ ਹੈ ਜੀ। ਸੋ ਇਹ ਸੀ ਆਪਣਾ ਅੱਜ ਦਾ ਸੈਸ਼ਨ, ਆਪਾਂ ਇੱਥੇ ਹੀ ਖ਼ਤਮ ਕਰਦੇ ਹਾਂ। ਆਪਾਂ ਭੂਗੋਲ ਦੇ ਸਾਰੇ ਕੁਐਸਚਨਾਂ ਨੂੰ ਇੱਕ ਵਾਰੀ ਰਿਵਾਈਜ਼ ਕਰ ਲਿਆ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਸਮਝ ਆਏ ਹੋਣਗੇ ਅਤੇ ਐਜ ਹੀ ਇੰਟਰਸਟਿੰਗ ਵੀਡੀਓਜ਼ ਹੋਰ ਵੇਖਣ ਵਾਸਤੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਐਜੂਕੇਸ਼ਨਲ ਵੀਡੀਓਜ਼ ਬਹੁਤ ਆ ਰਹੇ ਨੇ। ਸੋ ਇਸ ਵਾਸਤੇ ਤੁਸੀਂ ਸਾਡਾ ਚੈਨਲ ਜਿਹੜਾ ਹੈ ਮਾਸਕ ਐਜੂਕੇਸ਼ਨ, ਇਸ ਨੂੰ ਤੁਸੀਂ ਲਾਈਕ ਕਰੋ, ਇਹਨੂੰ ਸਬਸਕ੍ਰਾਈਬ ਕਰੋ ਅਤੇ ਇਸ ਨੂੰ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਓਕੇ, ਥੈਂਕ ਯੂ।